ਸੁਖਵੰਤ ਹੁੰਦਲ ਦੇ ਪੋਡਕਾਸਟ ਵਿੱਚ ਜੀ ਆਇਆਂ ਨੂੰ। ਸਾਡੇ ਇਸ ਐਪੀਸੋਡ ਵਿੱਚ ਅਮਨਪਾਲ ਸਾਰਾ ਦੀ ਕਹਾਣੀ ਮਾਰਗਰੀਤਾ ਸੁਣਾਈ ਜਾ ਰਹੀ ਹੈ। ਇਸ ਨੂੰ ਆਵਾਜ਼ ਦਿੱਤੀ ਹੈ ਤਮਨਪ੍ਰੀਤ ਕੌਰ ਨੇ। ਲਓ ਸੁਣੋ ਇਹ ਕਹਾਣੀ। ਕਹਾਣੀ ਮਾਰਗਰੀਤਾ, ਲੇਖਕ ਅਮਨਪਾਲ ਸਾਰਾ। There aren't many young women in this bar। ਕਾਊਂਟਰ ਤੋਂ ਭਰਵਾਇਆ ਬੀਅਰ ਦਾ ਗਲਾਸ ਹੱਥ ਵਿੱਚ ਫੜ ਕੇ ਬੁੱਲ੍ਹਾਂ ਨੂੰ ਲਾਉਂਦੇ ਨੇ ਸਟੂਲ ਘੁਮਾ ਕੇ ਅਜੇ ਬਾਰ ਵਿੱਚ ਬੈਠੇ ਲੋਕਾਂ ਵੱਲ ਉੱਡਦੀ ਨਜ਼ਰ ਮਾਰੀ ਹੀ ਸੀ ਕਿ ਇੱਕ ਜ਼ਨਾਨਾ ਆਵਾਜ਼ ਮੇਰੇ ਖੱਬੇ ਪਾਸੇ ਵਾਲੇ ਸਟੂਲ ਤੋਂ ਮੇਰੇ ਕੰਨਾਂ ਵਿੱਚ ਪਈ। ਮੈਂ ਗਰਦਨ ਘੁਮਾ ਕੇ ਦੇਖਿਆ ਤਾਂ ਇੱਕ ਅਧੱਖੜ ਜਿਹੀ ਉਮਰ ਦੀ ਤਿੱਖੇ ਨਕਸ਼ਾਂ ਵਾਲੀ ਜ਼ਰਾ ਕੁ ਭਾਰੇ ਸਰੀਰ ਵਾਲੀ ਗੋਰੀ ਔਰਤ ਬੁੱਲ੍ਹਾਂ ਉੱਪਰ ਨਿੰਮੀ ਮੁਸਕਰਾਹਟ ਲਈ ਬੈਠੀ ਸੀ। ਉਸਦੀਆਂ ਹਰੀਆਂ ਅੱਖਾਂ ਦੀ ਭੇਦ ਭਰੀ ਤੱਕਣੀ ਮੇਰੇ ਚਿਹਰੇ ਉੱਪਰ ਗੱਡੀ ਹੋਈ ਸੀ। ਇੱਕ ਛਿਣ ਮੈਂ ਇਹ ਫੈਸਲਾ ਨਾ ਕਰ ਸਕਿਆ ਕਿ ਉਸਦੇ ਇਹ ਕਹਿਣ ਤੋਂ ਕੀ ਭਾਵ ਸੀ। ਉਸ ਵੱਲੋਂ ਜ਼ਰਾ ਕੁ ਨਜ਼ਰ ਹਟਾ ਕੇ ਇੱਕ ਹੋਰ ਓਪਰੀ ਜਿਹੀ ਨਜ਼ਰ ਮੈਂ ਬਾਰ ਵਿੱਚ ਬੈਠੇ ਲੋਕਾਂ ਵੱਲ ਮਾਰੀ ਅਤੇ ਫਿਰ ਉਸ ਵੱਲ ਮੂੰਹ ਘੁਮਾ ਕੇ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਖਾਤਰ ਇੱਥੇ ਆਇਆ ਹਾਂ। ਉਹ ਅਕਸਰ ਕੰਮ ਤੋਂ ਹਟ ਕੇ ਇਸ ਬਾਰ ਵਿੱਚ ਆ ਜਾਂਦੇ ਹਨ। ਮੇਰਾ ਜਵਾਬ ਸੁਣ ਕੇ ਉਸਨੇ ਜ਼ਰਾ ਕੁ ਸਿਰ ਨੂੰ ਹਿਲਾਇਆ ਅਤੇ ਉਸਦੀ ਮੁਸਕਰਾਹਟ ਹੋਰ ਡੂੰਘੀ ਹੋ ਗਈ। ਸਾਡੇ ਗੈਰਾਜ ਦੇ ਨਜ਼ਦੀਕ ਇਹ ਨਵੇਕਲੀ ਜਿਹੀ ਬਾਰ ਅਜੇ ਨਵੀਂ ਹੀ ਖੁੱਲ੍ਹੀ ਸੀ। ਇੱਥੇ ਸਿਰਫ ਮੈਂਬਰ ਜਾਂ ਉਹਨਾਂ ਦੇ ਗੈਸਟ ਹੀ ਆ ਸਕਦੇ ਸਨ। ਸਾਡੇ ਬੱਸ ਡਰਾਈਵਰਾਂ ਵਾਸਤੇ ਮੈਂਬਰਸ਼ਿਪ ਫ੍ਰੀ ਸੀ। ਨੇੜੇ ਹੀ ਇੱਕ ਛੋਟਾ ਜਿਹਾ ਪੁਲਿਸ ਸਟੇਸ਼ਨ ਵੀ ਸੀ। ਕਦੀ ਪੁਲਿਸ ਅਫਸਰ ਵੀ ਡਿਊਟੀ ਤੋਂ ਬਾਅਦ ਇੱਕ ਅੱਧੀ ਬੀਅਰ ਪੀਣ ਵਾਸਤੇ ਜਾਂ ਸਨੈਕ ਵਾਸਤੇ ਇੱਥੇ ਆ ਜਾਂਦੇ ਸਨ। ਕੋਈ 2 ਕੁ ਮਹੀਨੇ ਪਹਿਲਾਂ ਮੈਂ ਇਸ ਗੈਰਾਜ ਤੋਂ ਤਬਦੀਲ ਹੋ ਕੇ ਇੱਕ ਹੋਰ ਗੈਰਾਜ ਵਿੱਚ ਚਲਾ ਗਿਆ ਸਾਂ ਅਤੇ ਇਸ ਕਰਕੇ ਇਸ ਪਹਿਲੇ ਗੈਰਾਜ ਵਿੱਚ ਕੰਮ ਕਰਦੇ ਸਾਥੀ ਪੰਜਾਬੀ ਬੱਸ ਡਰਾਈਵਰਾਂ ਨੂੰ ਨਹੀਂ ਮਿਲ ਸਕਿਆ। ਅੱਜ ਫਰਾਈਡੇ ਨਾਈਟ ਸੀ। ਸ਼ਾਮੀ ਕੰਮ ਤੋਂ ਹਟ ਕੇ ਸਿੱਧਾ ਸਕੂਲ ਚਲਾ ਗਿਆ ਸਾਂ ਅਤੇ ਰਾਤ ਦੇ 11 ਵਜੇ ਸਕੂਲ ਤੋਂ ਵਿਹਲਾ ਹੋ ਕੇ ਘਰ ਜਾ ਰਿਹਾ ਸਾਂ ਕਿ ਰਾਹ ਵਿੱਚ ਇਸ ਬਾਰ ਵਿੱਚ ਬੈਠਣ ਦਾ ਵਿਚਾਰ ਬਣ ਗਿਆ। ਡਿਸਕੋ ਮਿਊਜ਼ਿਕ ਵੱਜ ਰਿਹਾ ਸੀ। 3 ਕੁ ਜੋੜੇ ਹਲਕਾ ਡਾਂਸ ਕਰ ਰਹੇ ਸਨ। ਬਾਰ ਵਿੱਚ ਜ਼ਿਆਦਾ ਚਹਿਲ ਪਹਿਲ ਨਹੀਂ ਸੀ। ਮੈਂ ਘੜੀ ਦੇਖੀ ਤਾਂ 11:30 ਵੱਜ ਚੁੱਕੇ ਸਨ। ਮੈਂ ਸੋਚਿਆ ਕਿ 12 ਕੁ ਵਜੇ ਤੱਕ ਉਡੀਕ ਲੈਂਦਾ ਹਾਂ, ਸ਼ਾਇਦ ਕੋਈ ਵਾਕਿਫ ਟੱਕਰ ਹੀ ਜਾਵੇ। ਕੀ ਤੂੰ ਇਸ ਬਾਰ ਵਿੱਚ ਪਹਿਲੀ ਵਾਰ ਹੀ ਆਇਆ ਹੈ? ਬੜੀ ਸ਼ੁੱਧ ਅਤੇ ਸਾਫ਼ ਸੁਥਰੀ ਅੰਗਰੇਜ਼ੀ ਵਿੱਚ ਉਸਨੇ ਮੈਨੂੰ ਪੁੱਛਿਆ। ਬਾਰ ਵਿੱਚ ਰੋਜ਼ ਆਉਣ ਜਾਣ ਵਾਲਿਆਂ ਦੇ ਚਿਹਰੇ ਇੱਕ ਦੂਸਰੇ ਦੇ ਵਾਕਫ ਹੋ ਜਾਂਦੇ ਹਨ। ਇਹ ਔਰਤ ਸ਼ਾਇਦ ਇਸ ਬਾਰ ਵਿੱਚ ਅਕਸਰ ਆਉਂਦੀ ਜਾਂਦੀ ਰਹਿੰਦੀ ਸੀ। ਇਸ ਦੇ ਵਾਸਤੇ ਮੈਂ ਇਸ ਬਾਰ ਵਿੱਚ ਇੱਕ ਨਵਾਂ ਚਿਹਰਾ ਸਾਂ। ਨਹੀਂ, ਦੂਸਰੀ ਵਾਰ, ਮੈਂ ਜਵਾਬ ਦਿੱਤਾ। ਅੱਗੇ ਜਦੋਂ ਮੇਰੀ ਡਿਊਟੀ ਇੱਥੇ ਨੇੜੇ ਹੀ ਹੁੰਦੀ ਸੀ ਤਾਂ ਇੱਕ ਵਾਰ ਆਇਆ ਸੀ। ਹੁਣ ਮੇਰੀ ਡਿਊਟੀ ਇੱਥੋਂ ਬਦਲ ਗਈ ਹੈ, ਇਸ ਕਰਕੇ ਕਾਫੀ ਦੇਰ ਤੋਂ ਨਾ ਹੀ ਆ ਸਕਿਆ। ਮੈਂ ਕੁਝ ਵਿਸਤਾਰ ਨਾਲ ਸਮਝਾਇਆ। ਤੁਸੀਂ ਲੋਕ ਜ਼ਿਆਦਾਤਰ ਇਕੱਲੇ ਹੀ ਬਾਰ ਵਿੱਚ ਜਾਂਦੇ ਹੋ, ਆਪਣੀ ਪਤਨੀ ਨੂੰ ਨਾਲ ਲੈ ਕੇ ਨਹੀਂ ਜਾਂਦੇ। ਉਸਨੇ ਉਸੇ ਹੀ ਮੁਸਕਰਾਹਟ ਤੇ ਭੇਦ ਭਰੇ ਅੰਦਾਜ਼ ਨਾਲ ਮੈਨੂੰ ਸੁਣਾਇਆ। ਮੈਂ ਇੱਕਦਮ ਫੈਸਲਾ ਨਾ ਕਰ ਸਕਿਆ ਕਿ ਤੁਸੀਂ ਲੋਕ ਤੋਂ ਉਸਦਾ ਭਾਵ ਹਿੰਦੁਸਤਾਨੀ ਲੋਕ ਹੈ ਜਾਂ ਬੱਸ ਡਰਾਈਵਰ, ਕਿਉਂਕਿ ਮੇਰੀ ਸਮਝ ਮੁਤਾਬਕ ਇਹ ਗੱਲ ਘੱਟੋ ਘੱਟ ਇਸ ਬਾਰ ਵਿੱਚ ਇਹਨਾਂ ਦੋਹਾਂ ਕਿਸਮਾਂ ਦੇ ਬੰਦਿਆਂ 'ਤੇ ਢੁਕਦੀ ਸੀ। ਅਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਹੁਣ ਇਹ ਹਿੰਦੁਸਤਾਨੀ ਲੋਕਾਂ ਦੀਆਂ ਆਦਤਾਂ ਬਾਰੇ ਤਵਾ ਲਾਵੇਗੀ। ਇਸ ਸ਼ੁਰੂ ਹੋਣ ਵਾਲੀ ਬਹਿਸ ਦੇ ਖਿਆਲ ਨੇ ਮੈਨੂੰ ਚੌਂਕੰਨਾ ਕਰ ਦਿੱਤਾ। ਮੈਂ ਬੀਅਰ ਦਾ ਇੱਕ ਵੱਡਾ ਸਾਰਾ ਘੁੱਟ ਭਰਿਆ ਅਤੇ ਮਨ ਵਿੱਚ ਦਵਾ-ਦਵ ਕੋਈ ਵਧੀਆ ਅਤੇ ਢੁਕਵਾਂ ਜਵਾਬ ਸੋਚਣ ਲੱਗਾ। ਮੇਰੀ ਪਤਨੀ ਸ਼ਰਾਬ ਪੀਂਦੀ ਨਹੀਂ। ਮੈਂ ਵੀ ਬਾਰ ਵਿੱਚ ਜਾਣ ਦਾ ਖਾਸ ਸ਼ੌਂਕ ਨਹੀਂ ਰੱਖਦਾ। ਹਾਂ, ਕਦੀ ਕਦਾਈ ਮੈਂ ਆਪਣੀ ਭੈਣ ਦੇ ਪ੍ਰਾਹੁਣੇ ਨਾਲ ਕਿਸੇ ਬਾਰ ਵਿੱਚ ਜਾ ਆਉਂਦਾ ਹਾਂ, ਉਹ ਵੀ 2-3 ਮਹੀਨੇ ਬਾਅਦ। ਮੈਂ ਆਪਣੇ ਵੱਲੋਂ ਦਲੀਲ ਦਾ ਜਵਾਬ ਦਿੱਤਾ। ਮੈਨੂੰ ਆਸ ਸੀ ਕਿ ਹੁਣ ਉਹ ਕਹੇਗੀ ਕਿ ਤੁਸੀਂ ਲੋਕ ਆਪਣੀ ਪਤਨੀਆਂ ਅਤੇ ਭੈਣਾਂ ਨੂੰ ਘਰੀ ਡੱਕੇ ਰੱਖਦੇ ਹੋ ਅਤੇ ਆਪ ਬਾਹਰ ਮੌਜਾਂ ਕਰਦੇ ਹੋ, ਪਰ ਮੇਰੀ ਇਹ ਆਸ ਗਲਤ ਨਿਕਲੀ। ਆਪਣੇ ਡਰਿੰਕ ਦਾ ਅੱਧਾ ਬਚਦਾ ਗਲਾਸ ਉਹ ਬੁੱਲ੍ਹਾਂ ਨਾਲੋਂ ਹਟਾ ਕੇ ਲੰਬਾ ਸਾਹ ਭਰ ਕੇ ਬੋਲੀ, ਪਿਛਲੇ ਸਾਲ ਤੱਕ ਮੈਂ ਵੀ ਕਦੇ ਸ਼ਰਾਬ ਨਹੀਂ ਸੀ ਪੀਤੀ, ਪਰ ਮੇਰਾ ਪਤੀ ਹਮੇਸ਼ਾ ਮੈਨੂੰ ਆਪਣੇ ਨਾਲ ਲੈ ਕੇ ਹੀ ਬਾਰ ਵਿੱਚ ਜਾਂਦਾ ਹੁੰਦਾ ਸੀ।
ਇਸ ਵਾਰ ਮੈਨੂੰ ਉਸ ਦੀ ਅੰਗਰੇਜ਼ੀ ਬੋਲਣ ਦੇ ਲਹਿਜ਼ੇ ਤੋਂ ਪ੍ਰਤੀਤ ਹੋਇਆ ਕਿ ਭਾਵੇਂ ਅੰਗਰੇਜ਼ੀ ਇਹ ਬੜੀ ਅੱਛੀ ਤੇ ਸਾਫ਼ ਬੋਲਦੀ ਹੈ, ਪਰ ਅੰਗਰੇਜ਼ੀ ਇਸ ਦੀ ਮਾਤ ਭਾਸ਼ਾ ਨਹੀਂ ਹੈ। ਸ਼ਾਇਦ ਫ੍ਰੈਂਚ ਹੋਵੇਗੀ। ਮੈਂ ਸੋਚਿਆ ਤੇ ਕੁਝ ਰਾਹਤ ਮਹਿਸੂਸ ਕੀਤੀ, ਕਿਉਂਕਿ ਕੈਨੇਡਾ ਦੇ ਫ੍ਰੈਂਚ ਲੋਕ ਐਂਗਲੋ ਸੈਕਸੋਨ ਇੰਗਲੈਂਡ ਤੋਂ ਆ ਕੇ ਵਸੇ ਕੈਨੇਡੀਅਨ ਲੋਕਾਂ ਦੇ ਮੁਕਾਬਲੇ ਕੁਝ ਖੁੱਲ੍ਹੇ ਤੇ ਮਿਲਣਸਾਰ ਸੁਭਾਅ ਦੇ ਮਾਲਕ ਹੁੰਦੇ ਹਨ। ਮੇਰਾ ਨਾਮ ਅਮਨ ਹੈ, ਮੈਂ ਗੱਲਬਾਤ ਅੱਗੇ ਤੋਰਨ ਦੇ ਖਿਆਲ ਨਾਲ ਕਿਹਾ ਤੇ ਆਪਣਾ ਹੱਥ ਮਿਲਾਉਣ ਲਈ ਅੱਗੇ ਕਰ ਦਿੱਤਾ। ਉਸਨੇ ਆਪਣੇ ਨਰਮ ਜਿਹੇ ਹੱਥ ਵਿੱਚ ਮੇਰਾ ਹੱਥ ਘੁੱਟਿਆ ਤੇ ਕਿਹਾ, ਆਈ ਐਮ ਮਾਰਗਰੇਟ। ਸ਼ਾਇਦ ਮੇਰੀ ਯੂਨੀਫਾਰਮ ਵਾਲੀ ਪੈਂਟ ਦੀ ਤਿੱਖੀ ਕਰੀਜ਼ ਦੇਖ ਕੇ ਉਸਨੇ ਮੁਸਕਰਾ ਕੇ ਮੈਨੂੰ ਪੁੱਛਿਆ, ਕੀ ਤੂੰ ਪੁਲਿਸ ਅਫਸਰ ਹੈ? ਨਹੀਂ, ਮੈਂ ਤਾਂ ਬੱਸ ਡਰਾਈਵਰ ਹਾਂ, ਮੈਂ ਕਿਹਾ। ਓਹ, ਮੇਰਾ ਪਤੀ ਵੀ ਬੱਸ ਡਰਾਈਵਰ ਸੀ। ਉਸਨੇ ਸ਼ਬਦ ਉਹ ਨੂੰ ਥੋੜ੍ਹਾ ਲਟਕਾ ਕੇ ਉਦਾਸੀ ਭਰੇ ਅੰਦਾਜ਼ ਨਾਲ ਕਿਹਾ। ਮੈਂ ਸੋਚਿਆ ਕਿ ਸ਼ਾਇਦ ਇਸ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ। ਸੀ ਦਾ ਕੀ ਮਤਲਬ? ਮੈਂ ਆਪਣੀ ਜਿਗਿਆਸਾ ਪੂਰੀ ਕਰਨ ਲਈ ਪੁੱਛਿਆ। ਕੀ ਉਹ ਹੁਣ ਬੱਸ ਨਹੀਂ ਚਲਾਉਂਦਾ? ਨਹੀਂ, ਉਹ ਪਿਛਲੇ ਸਾਲ ਗੁਜ਼ਰ ਗਿਆ, ਉਸਨੇ ਡੂੰਘੀ ਸੰਜੀਦਗੀ ਨਾਲ ਜਵਾਬ ਦਿੱਤਾ। ਓਹ, ਆਈ ਐਮ ਸੌਰੀ, ਮੈਂ ਵੀ ਸੰਜੀਦਗੀ ਨਾਲ ਕਿਹਾ। ਉਹ ਸਾਹਮਣੀ ਕੰਧ ਵੱਲ ਟਿਕਟਿਕੀ ਲਗਾ ਕੇ ਦੇਖ ਰਹੀ ਸੀ। ਉਸਦੇ ਬੁੱਲ੍ਹਾਂ ਵਿੱਚ ਭੇਦ ਭਰੀ ਮੁਸਕਰਾਹਟ ਗਾਇਬ ਹੋ ਚੁੱਕੀ ਸੀ ਅਤੇ ਉਸਦੇ ਚਿਹਰੇ ਉੱਪਰ ਹਲਕੀਆਂ-ਹਲਕੀਆਂ ਝੁਰੜੀਆਂ ਉੱਭਰ ਆਈਆਂ ਸਨ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ, ਉਸਨੇ ਉਸੇ ਸੰਜੀਦਗੀ ਨਾਲ ਕਿਹਾ। ਫਿਰ ਕੁਝ ਦੇਰ ਚੁੱਪ ਰਹੀ ਤੇ ਮੈਂ ਵੀ ਕੁਝ ਕਹਿਣਾ ਮੁਨਾਸਿਬ ਨਾ ਸਮਝਿਆ। 2 ਕੁ ਘੁੱਟ ਬੀਅਰ ਦੇ ਹੋਰ ਭਰੇ, ਫਿਰ ਮੈਂ ਹੀ ਚੁੱਪ ਤੋੜਨ ਬਾਰੇ ਪੁੱਛਿਆ। ਤੇਰਾ ਪਤੀ ਕਿਹੜੇ ਰੂਟ ਤੋਂ ਬੱਸ ਚਲਾਉਂਦਾ ਹੁੰਦਾ ਸੀ? ਉਹ ਵੈਨਕੂਵਰ ਤੋਂ ਵਿਕਟੋਰੀਆ ਨੂੰ ਬੱਸ ਚਲਾਉਂਦਾ ਹੁੰਦਾ ਸੀ, ਉਸਨੇ ਜਵਾਬ ਦਿੱਤਾ। ਹਾਂ, ਲੋਕਲ ਡਰਾਈਵਿੰਗ ਦਾ ਇਹ ਤਾਂ ਫਾਇਦਾ ਹੈ ਕਿ ਤੁਹਾਡੀ ਸੋਸ਼ਲ ਅਤੇ ਫੈਮਿਲੀ ਲਾਈਫ ਬਣੀ ਰਹਿੰਦੀ ਹੈ, ਮੈਂ ਉਸਦੀ ਹਾਂ ਵਿੱਚ ਹਾਂ ਮਿਲਾਉਣ ਦੇ ਲਹਿਜ਼ੇ ਵਿੱਚ ਕਿਹਾ। ਉਸਨੇ ਸਿਰਫ ਸਿਰ ਹਿਲਾਇਆ, ਕੁਝ ਦੇਰ ਚੁੱਪ ਰਹੀ ਤੇ ਫਿਰ ਉਸਨੇ ਮੇਰੇ ਵੱਲ ਨਜ਼ਰ ਘੁਮਾ ਕੇ ਡੂੰਘਾ ਸਾਹ ਲੈ ਕੇ ਕਿਹਾ, ਜਵਾਨ ਆਦਮੀ ਆਪਣੀਆਂ ਯੂਨੀਫਾਰਮਾਂ ਵਿੱਚ ਕਿਤਨੇ ਸੱਜਦੇ ਹਨ। ਮੇਰੇ ਵਾਸਤੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਰਿਹਾ ਸੀ ਕਿ ਉਸਨੇ ਇਹ ਸ਼ਬਦ ਮੇਰੇ ਬਾਰੇ ਕਹੇ ਸਨ ਜਾਂ ਆਪਣੇ ਪਤੀ ਦੀ ਜਵਾਨੀ ਵੇਲੇ ਨੂੰ ਯਾਦ ਕਰਕੇ ਕਹੇ ਸਨ। ਇਸੇ ਸੋਚ ਵਿਚਾਰ ਵਿੱਚ ਫਸਿਆ ਸਾਂ ਕਿ ਜਦ ਉਸਨੇ ਫਿਰ ਲੰਬਾ ਸਾਹ ਲੈ ਕੇ ਕਿਹਾ, ਮੇਰਾ ਭਰਾ ਵੀ ਬਿਲਕੁਲ ਤੇਰੇ ਵਾਂਗ ਲੱਗਦਾ ਸੀ, ਵਰਦੀ ਵਿੱਚ ਬਹੁਤ ਸੱਜਦਾ ਹੁੰਦਾ ਸੀ, ਜਹਾਜ਼ ਉਡਾਉਂਦਾ ਹੁੰਦਾ ਸੀ, ਦੂਸਰੇ ਮਹਾਯੁੱਧ ਵੇਲੇ ਘਰੋਂ ਵਰਦੀ ਪਾ ਕੇ ਗਿਆ, ਮੁੜ ਕੇ ਵਾਪਸ ਨਹੀਂ ਆਇਆ। ਮੈਂ ਦੇਖਿਆ ਕਿ ਉਸਦੀਆਂ ਨਜ਼ਰਾਂ ਹੁਣ ਫਿਰ ਸਾਹਮਣੇ ਕੰਧ 'ਤੇ ਟਿਕੀਆਂ ਹੋਈਆਂ ਸਨ। ਉਸਦੇ ਚਿਹਰੇ ਉੱਪਰ ਝੁਰੜੀਆਂ ਹੋਰ ਉੱਭਰ ਆਈਆਂ ਸਨ ਅਤੇ ਉਸਦੀਆਂ ਅੱਖਾਂ ਦੇ ਕੋਇਆਂ ਵਿੱਚੋਂ ਪਾਣੀ ਸਿਮ ਆਇਆ ਸੀ। ਹੁਣ ਉਸਦੇ ਅੰਗਰੇਜ਼ੀ ਬੋਲਣ ਦਾ ਲਹਿਜ਼ਾ ਪੂਰਬੀ ਯੂਰੋਪੀਅਨ ਪ੍ਰਤੀਤ ਹੋ ਰਿਹਾ ਸੀ। ਮੇਰੀ ਉਤਸੁਕਤਾ ਕੁਝ ਹੋਰ ਵਧੀ। ਕੀ ਤੂੰ ਜਰਮਨ ਹੈ? ਕੁਝ ਬੇਤਕੱਲਫੀ ਨਾਲ ਮੈਂ ਉਸਦੇ ਮੂੰਹੋਂ ਹਾਂ ਸੁਣਨ ਦੀ ਆਸ ਨਾਲ ਪੁੱਛਿਆ। ਨਹੀਂ, ਮੇਰਾ ਜੰਮਣ ਪਲਣ ਰੂਸ ਵਿੱਚ ਹੋਇਆ ਸੀ। ਪਰ ਮਾਰਗਰੇਟ ਤਾਂ ਸ਼ੁੱਧ ਅੰਗਰੇਜ਼ੀ ਨਾਮ ਹੈ, ਮੈਂ ਸਵਾਲੀਆ ਲਹਿਜੇ ਵਿੱਚ ਕਿਹਾ। ਹਾਂ, ਕੈਨੇਡਾ ਆਉਣ ਤੋਂ ਪਹਿਲਾਂ ਮੇਰਾ ਨਾਮ ਮਾਰਗਰੀਤਾ ਸੀ, ਉਸਨੇ ਮੇਰੀ ਤਸੱਲੀ ਕਰਵਾਉਣ ਦੇ ਅੰਦਾਜ਼ ਨਾਲ ਕਿਹਾ। ਤੂੰ ਕਦੋਂ ਕੁ ਕੈਨੇਡਾ ਆਈ ਸੀ? ਦੂਸਰੇ ਮਹਾਯੁੱਧ ਵੇਲੇ। ਮੇਰਾ ਬਾਪ ਵੀ ਸਾਥ ਵਿਛੜ ਗਿਆ ਤੇ ਮੇਰੀ ਮਾਂ ਕਿਸੇ ਤਰ੍ਹਾਂ ਰੁਲਦੀ ਖੁੱਲਦੀ ਮੈਨੂੰ 11 ਸਾਲਾਂ ਦੀ ਨੂੰ ਲੈ ਕੇ ਇੱਥੇ ਆਈ ਸੀ। ਉਸਨੇ ਆਪਣੇ ਗਿਲਾਸ ਵਿੱਚੋਂ ਇੱਕ ਹੋਰ ਡੂੰਘਾ ਘੁੱਟ ਭਰਿਆ। ਮੇਰੀ ਮਾਂ ਨੇ ਮੈਨੂੰ ਬਹੁਤ ਪਿਆਰ ਕੀਤਾ, ਬਹੁਤ ਮੁਸ਼ਕਿਲਾਂ ਨਾਲ ਮੈਨੂੰ ਪਾਲਿਆ। ਮੈਂ ਵੀ ਉਸਨੂੰ ਬਹੁਤ ਪਿਆਰ ਕਰਦੀ ਸੀ। ਮੇਰੇ ਪਤੀ ਤੋਂ 4 ਸਾਲ ਪਹਿਲਾਂ ਉਹ ਵੀ ਗੁਜ਼ਰ ਗਈ। ਮੈਨੂੰ ਲੱਗਾ ਕਿ ਥੋੜ੍ਹੇ ਸਮੇਂ ਦੇ ਫਰਕ ਨਾਲ ਉਸਦੀ ਪਿਆਰੀ ਮਾਂ ਤੇ ਪਿਆਰੇ ਪਤੀ ਦੀਆਂ ਮੌਤਾਂ ਨੇ ਉਸਨੂੰ ਡੂੰਘੀ ਉਦਾਸੀ ਵੱਲ ਧਕੇਲ ਦਿੱਤਾ ਹੈ। ਆਪਣੀ ਡਰਿੰਕ ਮੁਕਾ ਕੇ ਉਸਨੇ ਵੋਦਕਾ ਦੀ ਇੱਕ ਹੋਰ ਡਰਿੰਕ ਬਣਵਾਈ ਤੇ ਮੈਂ ਵੀ ਇੱਕ ਹੋਰ ਬੀਅਰ ਲੈ ਲਈ। ਤੇਰੇ ਪਤੀ ਦੀ ਮੌਤ ਕਿਸ ਤਰ੍ਹਾਂ ਹੋਈ? ਮੈਂ ਪੁੱਛਿਆ। ਕੈਂਸਰ। ਉਸਨੇ ਇੱਕ ਬਹੁਤ ਹੀ ਡੂੰਘਾ ਸਾਹ ਲਿਆ ਤੇ ਮੈਨੂੰ ਜਾਪਿਆ ਜਿਵੇਂ ਇਹ ਸਾਹ ਉਸਦੇ ਪਤੀ ਦੇ ਸਾਹ ਨਾਲ ਰਲ ਕੇ ਉਸਦੇ ਧੁਰ ਅੰਦਰ ਤੱਕ ਉਤਰ ਗਿਆ ਹੋਵੇ। ਤੁਹਾਡੀ ਕੋਈ ਸੰਤਾਨ ਹੈ?
ਮੈਂ ਗੱਲਬਾਤ ਦਾ ਰੁਖ ਮੋੜਨ ਦੇ ਖਿਆਲ ਨਾਲ ਪੁੱਛਿਆ। 3 ਲੜਕੀਆਂ ਹਨ, ਉਸਨੇ ਖੁਸ਼ਕੀ ਜਿਹੀ ਨਾਲ ਜਵਾਬ ਦਿੱਤਾ। ਮੈਨੂੰ ਜਾਪਿਆ ਜਿਵੇਂ ਕੋਈ ਗਲਤ ਸਵਾਲ ਪੁੱਛ ਬੈਠਾ ਹੋਵਾਂ। ਅਸੀਂ ਆਪਣੀ ਬੇਟੀਆਂ ਬਹੁਤ ਪਿਆਰ ਨਾਲ ਪਾਲੀਆਂ ਸਨ। ਮੇਰਾ ਪਤੀ ਉਹਨਾਂ ਉੱਪਰ ਜਾਨ ਛਿੜਕਦਾ ਸੀ। ਪਤੀ ਦਾ ਖਿਆਲ ਆਉਂਦੇ ਹੀ ਉਹ ਫਿਰ ਸਾਹਮਣੀ ਕੰਧ ਵੱਲ ਖਾਲੀ ਖਾਲੀ ਨਜ਼ਰਾਂ ਨਾਲ ਦੇਖਣ ਲੱਗ ਪਈ। ਆਪਣੇ ਪਤੀ ਦੀ ਮੌਤ ਦੇ ਬਾਅਦ ਮੈਂ ਬਹੁਤ ਉਦਾਸ ਰਹੀ। ਇੱਕ ਦਿਨ ਆਪਣੇ ਘਰ ਦੇ ਲੌਨ ਵਿੱਚ ਤੁਰਦੀ ਫਿਰਦੀ ਮੈਂ ਆਪਣੇ ਨਾਲ ਦੇ ਗੁਆਂਢੀ ਬੁੜੇ ਨਾਲ ਆਪਣੇ ਪਤੀ ਬਾਰੇ ਗੱਲਾਂ ਕਰਨ ਲੱਗੀ। ਉਸਨੇ ਬੜੇ ਹੀ ਖੁਸ਼ਕ ਤਰੀਕੇ ਨਾਲ ਮੈਨੂੰ ਕਿਹਾ ਕਿ ਸਾਨੂੰ ਹੁਣ ਉਸ ਨੂੰ ਭੁੱਲ ਜਾਣਾ ਚਾਹੀਦਾ ਹੈ, ਉਸ ਦੀ ਗੱਲ ਨਹੀਂ ਕਰਨੀ ਚਾਹੀਦੀ। ਫਿਰ ਕੁਝ ਦੇਰ ਰੁਕ ਕੇ ਬੋਲੀ, ਤੂੰ ਦੱਸ, ਕੋਈ ਇਤਨੀ ਜਲਦੀ ਕਿਸੇ ਨੂੰ ਕਿਵੇਂ ਭੁੱਲ ਸਕਦਾ ਹੈ? ਹਾਂ, ਇਸ ਲਈ ਕਾਫੀ ਵਕਤ ਲੱਗਦਾ ਹੈ, ਮੈਂ ਕਿਹਾ। ਇੱਕ ਦਿਨ ਇਸੇ ਬਾਰ ਵਿੱਚ ਮੈਨੂੰ ਇੱਕ ਆਦਮੀ ਮਿਲਿਆ। ਗੱਲਾਂ ਬਾਤਾਂ ਦੇ ਦੌਰਾਨ ਮੈਨੂੰ ਉਹ ਆਪਣਾ ਹਮਦਰਦ ਜਾਪਿਆ, ਪਰ ਇਹ ਮੇਰਾ ਭਰਮ ਸੀ। ਉਹ ਤਾਂ ਸਿਰਫ ਇੱਕ ਰਾਤ ਹੀ ਮੇਰੇ ਨਾਲ ਗੁਜ਼ਾਰਨੀ ਚਾਹੁੰਦਾ ਸੀ। ਮੈਂ ਬੜੀ ਮਾਯੂਸ ਹੋ ਗਈ। ਫਿਰ ਹਾਰ ਕੇ ਸਾਈਕੋਲੋਜਿਸਟ ਕੋਲ ਮਦਦ ਲੈਣ ਵਾਸਤੇ ਗਈ। ਸਾਈਕੋਲੋਜਿਸਟ ਨੇ ਕੀ ਦੱਸਿਆ? ਮੈਂ ਕੁਝ ਉਤਸੁਕ ਹੋ ਕੇ ਪੁੱਛਿਆ। ਇਹ ਸਾਈਕੋਲੋਜਿਸਟ, ਸਾਈਕੈਟਰਿਸਟ ਸਭ ਬਕਵਾਸ ਹਨ। ਸਿਰਫ ਪੈਸਾ ਕਮਾਉਣ ਤੱਕ ਮਤਲਬ ਹੈ ਇਹਨਾਂ ਨੂੰ। ਜਦੋਂ ਵੀ ਕਿਸੇ ਨਾਲ ਆਪਣੇ ਪਤੀ ਬਾਰੇ ਗੱਲ ਕਰਦੀ ਹਾਂ ਤਾਂ ਅੱਗਿਓਂ ਕਹਿ ਦਿੰਦੇ ਹਨ ਕਿ ਹੁਣ ਮੈਨੂੰ ਉਸ ਨੂੰ ਯਾਦ ਨਹੀਂ ਕਰਨਾ ਚਾਹੀਦਾ। ਪਰ ਇਹ ਕਿਸ ਤਰ੍ਹਾਂ ਮੁਮਕਿਨ ਹੈ? ਉਸ ਦੀ ਆਵਾਜ਼ ਵਿੱਚ ਉਸ ਦੇ ਧੁਰ ਅੰਦਰ ਦੀ ਪੀੜ ਜ਼ਾਹਿਰ ਹੋ ਰਹੀ ਸੀ। ਉਸ ਦੀਆਂ ਅੱਖਾਂ ਦੇ ਕੋਈਆਂ ਵਿੱਚੋਂ ਹੋਰ ਪਾਣੀ ਸਿਮ ਆਇਆ ਸੀ। ਇੱਥੇ ਦਾ ਸਭ ਕੁਝ ਕਿਤਨਾ ਖੁਦਗਰਜ਼ ਤੇ ਬੇਦਰਦ ਬਣ ਜਾਣ ਲਈ ਮਜਬੂਰ ਕਰਦਾ ਹੈ। ਸ਼ਾਇਦ ਉਸ ਦਾ ਇਸ਼ਾਰਾ ਸਿਸਟਮ ਵੱਲ ਸੀ। ਤੇਰੀਆਂ ਲੜਕੀਆਂ ਕਿੱਥੇ ਰਹਿੰਦੀਆਂ ਹਨ? ਮੈਂ ਉਸ ਦਾ ਮਨ ਹੋਰ ਪਾਸੇ ਪਾਉਣ ਲਈ ਪੁੱਛਿਆ। ਆਪਣੇ ਘਰ ਹੀ ਹਨ। ਮੇਰੇ ਪਤੀ ਨੇ ਮੈਨੂੰ ਸਾਰੀ ਉਮਰ ਕੰਮ ਨਹੀਂ ਕਰਨ ਦਿੱਤਾ ਤਾਂ ਕਿ ਬੱਚਿਆਂ ਦੀ ਪਰਵਰਿਸ਼ ਚੰਗੀ ਤਰ੍ਹਾਂ ਹੋ ਸਕੇ। ਫਿਰ ਇਹ ਲੰਬਾ ਸਾਹ ਲੈ ਕੇ ਬੋਲੀ, ਬੜੇ ਲਾਡ ਲਡਾਏ ਅਸੀਂ ਆਪਣੀ ਬੇਟੀਆਂ ਨੂੰ। ਉਹ ਵੀ ਤੈਨੂੰ ਬਹੁਤ ਪਿਆਰ ਕਰਦੀਆਂ ਹੋਣਗੀਆਂ। ਮੈਂ ਆਪਣੀ ਤਸੱਲੀ ਜਿਹੀ ਕਰਨ ਦੇ ਖਿਆਲ ਨਾਲ ਪੁੱਛਿਆ। ਉਸਨੇ ਬੜੇ ਵਿਅੰਗਾਤਮਕ ਅੰਦਾਜ਼ ਵਿੱਚ ਕਿਹਾ। ਫਿਰ ਡੂੰਘੀ ਸ਼ਿਕਾਇਤ ਭਰੇ ਲਹਿਜ਼ੇ ਵਿੱਚ ਬੋਲੀ, ਮੇਰਾ ਪਤੀ ਮਰਨ ਤੋਂ ਪਹਿਲਾਂ ਮਹੀਨਾ ਭਰ ਹਸਪਤਾਲ ਵਿੱਚ ਰਿਹਾ। ਇਹਨਾਂ ਦਿਨਾਂ ਵਿੱਚੋਂ ਇੱਕ ਵੀ ਉਸ ਨੂੰ ਹਸਪਤਾਲ ਦੇਖਣ ਨਹੀਂ ਗਈ। ਦੇਖਣ ਤਾਂ ਕੀ ਜਾਣਾ ਸੀ। ਕਦੇ ਮੈਨੂੰ ਵੀ ਇਤਨਾ ਨਹੀਂ ਪੁੱਛਿਆ ਕਿ ਤੈਨੂੰ ਹਸਪਤਾਲ ਜਾਣ ਲਈ ਕਾਰ ਵਿੱਚ ਰਾਈਡ ਦੀ ਜ਼ਰੂਰਤ ਤਾਂ ਨਹੀਂ। ਤਿੰਨਾਂ ਕੋਲ ਆਪਣੀਆਂ ਆਪਣੀਆਂ ਕਾਰਾਂ ਹਨ। ਮੈਂ ਰੋਜ਼ ਬੱਸਾਂ ਬਦਲ ਕੇ ਬੜੀ ਮੁਸ਼ਕਿਲ ਨਾਲ ਉਸ ਨੂੰ ਮਿਲਣ ਲਈ ਹਸਪਤਾਲ ਪਹੁੰਚਦੀ ਰਹੀ। ਫਿਰ ਕੁਝ ਦੇਰ ਚੁੱਪ ਰਹਿ ਕੇ ਉਸੇ ਲਹਿਜ਼ੇ ਵਿੱਚ ਬੋਲੀ, ਤੇ ਇੱਕ ਦਿਨ ਐਤਵਾਰ ਸੀ। ਉਸ ਦਿਨ ਮੈਂ ਆਪਣੇ ਪਤੀ ਨੂੰ ਮਿਲ ਕੇ ਵਾਪਸ ਆਉਂਦੀ ਥੋੜ੍ਹਾ ਜਿਹਾ ਰਾਸ਼ਨ ਖਰੀਦਣ ਲਈ ਰਾਹ ਵਿੱਚ ਉਤਰ ਗਈ। ਮੇਰੇ ਪਤੀ ਦੀ ਹਾਲਤ ਉਸ ਦਿਨ ਜ਼ਿਆਦਾ ਖਰਾਬ ਸੀ। ਘਰ ਵਾਪਸ ਆ ਕੇ ਜਦੋਂ ਮੈਂ ਘਰ ਦਾਖਲ ਹੋਣ ਲਈ ਦਰਵਾਜ਼ੇ ਦਾ ਜਿੰਦਰਾ ਖੋਲ੍ਹਣ ਲੱਗੀ ਤਾਂ ਮੈਂ ਦੇਖਿਆ ਕਿ ਮੇਰੀ ਵਿਚਕਾਰਲੀ ਲੜਕੀ ਕੈਰਨ ਦੀ ਕਾਰ ਸਾਡੇ ਘਰ ਦੇ ਸਾਹਮਣੇ ਖੜੀ ਹੈ ਅਤੇ ਉਸ ਦਾ ਇੰਜਣ ਚੱਲ ਰਿਹਾ ਹੈ। ਅਜੇ ਮੈਂ ਕਾਰ ਵੱਲ ਦੇਖਦੀ ਹੀ ਸੀ ਕਿ ਕੈਰਨ ਸਾਡੇ ਘਰ ਦੇ ਪਿਛਲੇ ਪਾਸੇ ਵੱਲੋਂ ਟੱਪਦੀ ਜਿਹੀ ਆਈ ਤੇ ਮੈਨੂੰ ਕਹਿਣ ਲੱਗੀ, ਤੂੰ ਕਿੱਧਰ ਨੂੰ ਚਲੀ ਗਈ ਸੀ? ਮੈਂ ਸਾਰੇ ਪਾਸੇ ਤੇਰੇ ਘਰ ਦੇ ਦਰਵਾਜ਼ੇ ਖੜਕਾਉਂਦੀ ਫਿਰਦੀ ਹਾਂ। ਅਸੀਂ ਬਾਰਬੀਕਿਊ ਪਾਰਟੀ 'ਤੇ ਜਾਣਾ ਹੈ। ਅੱਗੇ ਲੇਟ ਹੋਈ ਜਾਂਦੀ ਹੈ। ਕੀ ਗੱਲ ਹੈ, ਅੱਜ ਤੂੰ ਕਿੱਧਰੋਂ ਮੈਨੂੰ ਮਿਲਣ ਵਾਸਤੇ ਆ ਗਈ? ਉਹ ਲਾਪਰਵਾਹੀ ਜਿਹੀ ਨਾਲ ਬੋਲੀ। ਅਸੀਂ ਤਾਂ ਪਾਰਟੀ 'ਤੇ ਚੱਲੇ ਸੀ ਜਦ ਨੂੰ ਹਸਪਤਾਲੋਂ ਡਾਕਟਰ ਦਾ ਫੋਨ ਆ ਗਿਆ, ਡੈਡੀ ਮਰ ਗਿਆ। ਮੈਂ ਸੋਚਿਆ ਜਾਂਦੀ ਜਾਂਦੀ ਤੈਨੂੰ ਦੱਸ ਜਾਵਾਂ। ਇਹ ਕਹਿ ਕੇ ਉਹ ਕਾਹਲੀ ਨਾਲ ਆਪਣੀ ਕਾਰ ਵਿੱਚ ਜਾ ਬੈਠੀ ਤੇ ਕੁਰਰ ਕਰਦੀ ਉਸਦੀ ਕਾਰ ਮੇਰੀਆਂ ਨਜ਼ਰਾਂ ਦੇ ਓਹਲੇ ਹੋ ਗਈ। ਮੈਂ ਉਸਦੀ ਕਾਰ ਦੇ ਧੂੰਏਂ ਵੱਲ ਹੀ ਖੜੀ ਦੇਖਦੀ ਰਹਿ ਗਈ। ਮੈਂ ਦੇਖਿਆ ਕਿ ਉਸਦੀ ਮੁਸਕਰਾਹਟ ਬਹੁਤ ਅਰਥਪੂਰਨ ਹੋ ਗਈ ਸੀ ਤੇ ਉਸਦੀਆਂ ਅੱਖਾਂ ਵਿੱਚੋਂ ਹੰਝੂ ਵਗੀ ਜਾ ਰਹੇ ਸਨ। ਉਹ ਲਗਾਤਾਰ ਸਾਹਮਣੀ ਕੰਧ ਵੱਲ ਦੇਖੀ ਜਾ ਰਹੀ ਸੀ, ਜਿਵੇਂ ਕਿ ਕੈਰਨ ਦੀ ਕਾਰ ਕੁਰਰ ਕਰਕੇ ਉੱਧਰ ਨੂੰ ਗਈ ਹੋਵੇ। ਉਸਦੀ ਕਾਰ ਦੇ ਧੂੰਏਂ ਦੇ ਨਾਲ ਨਾਲ ਉਸ ਵੱਲੋਂ ਆਪਣੀ ਬੱਚੀਆਂ ਨੂੰ ਲੜਾਏ ਲਾਡ ਪਿਆਰ ਵੀ ਉੱਡਦੇ ਜਾਂਦੇ ਹੋਣ। ਜੁਲਾਈ 1990।